ਤੁਹਾਡਾ ਸਾਰਿਆਂ ਦਾ NRI ਵਰਡ ਦੀ ਇੱਕ ਹੋਰ ਖਾਸ ਪੇਸ਼ਕਸ਼ ਦੇ ਵਿੱਚ। ਕੈਨੇਡਾ ਭਰ ਦੀਆਂ ਸਰਗਰਮੀਆਂ ਦੇ ਨਾਲ ਅਸੀਂ ਇੱਕ ਵਾਰੀ ਫੇਰ ਤੋਂ ਹਾਜ਼ਰ ਹਾਂ ਤੇ ਆਓ ਸ਼ੁਰੂ ਕਰਦੇ ਹਾਂ NRI ਵਰਡ ਦਾ ਇੱਕ ਹੋਰ ਨਵਾਂ ਐਪੀਸੋਡ। ਸਰੀ ਵਿੱਚ ਲਗਾਤਾਰ ਹੋ ਰਹੀਆਂ ਗੈਂਗ ਵਾਇਲੈਂਸ ਸੰਬੰਧੀ ਗੈਂਗ ਪ੍ਰੀਵੈਂਸ਼ਨ ਟਾਸਕ ਫੋਰਸ ਵੱਲੋਂ ਆਪਣੀ ਫਾਈਨਲ ਰਿਪੋਰਟ ਤਿਆਰ ਕਰਕੇ ਸਿਟੀ ਆਫ ਸਰੀ ਨੂੰ ਸੌਂਪ ਦਿੱਤੀ ਗਈ ਹੈ, ਜਿਸ ਦੇ ਵਿੱਚ 6 ਰეკਮੈਂਡੇਸ਼ਨਸ ਵੀ ਦਿੱਤੀਆਂ ਗਈਆਂ ਨੇ। ਕੀ ਨੇ ਰეკਮੈਂਡੇਸ਼ਨਸ? ਇਸੇ ਸੰਬੰਧੀ PDC ਪੰਜਾਬੀ ਨਾਲ ਖਾਸ ਗੱਲਬਾਤ ਕੀਤੀ ਕਾਉਂਸਲਰ ਟੌਮ ਗਿਲ ਨੇ। ਸਰੀ ਵਿੱਚ ਵੱਧ ਰਹੀਆਂ ਗੈਂਗ ਵਾਇਲੈਂਸ ਨੂੰ ਦੇਖਦੇ ਹੋਏ ਗੈਂਗ ਪ੍ਰੀਵੈਂਸ਼ਨ ਟਾਸਕ ਫੋਰਸ ਵੱਲੋਂ ਕੁਝ ਰეკਮੈਂਡੇਸ਼ਨਸ ਸਿਟੀ ਆਫ ਸਰੀ ਨੂੰ ਦਿੱਤੀਆਂ ਗਈਆਂ ਹਨ। ਸਾਡੇ ਨਾਲ ਹਨ ਸਿਟੀ ਆਫ ਸਰੀ ਦੇ ਸਭ ਤੋਂ ਮੋਸਟ ਐਕਸਪੀਰੀਅੰਸਡ ਕਾਉਂਸਲਰ ਟੌਮ ਗਿਲ। ਗੱਲਬਾਤ ਕਰਦੇ ਹਾਂ ਕੀ ਹਨ ਉਹ ਰეკਮੈਂਡੇਸ਼ਨਸ। ਟੌਮ ਭਾਜੀ, ਇਸ ਵੇਲੇ ਕਾਫੀ ਕੁਝ ਸਿਟੀ ਆਫ ਸਰੀ ਦੇ ਵਿੱਚ ਹਿਲਜੁਲ ਹੋ ਰਹੀ ਆ, ਮਾਪੇ ਵੀ ਘਰਾਂ ਤੋਂ ਬਾਹਰ ਹੈਗੇ ਆ, ਤੁਹਾਡੇ ਉੱਤੇ ਕਾਫੀ ਪ੍ਰੈਸ਼ਰ ਪਾ ਰਹੇ ਨੇ। ਹੁਣ ਕੀ ਉਹ ਰეკਮੈਂਡੇਸ਼ਨਸ ਹੈਗੀਆਂ ਤਾਂ ਉਹਨੂੰ ਕਦੋਂ ਲਾਗੂ ਕਰ ਰਹੇ ਹੋ? ਜੀ ਦੇਖੋ ਜੀ, ਜਿਹੜੇ ਸਾਡੇ ਗੈਂਗ ਟਾਸਕ ਫੋਰਸ ਹੈਗਾ ਉਹਨੂੰ ਸਾਲ ਪਾਰ ਹੋ ਗਿਆ ਸਾਨੂੰ ਵਰਕ ਔਨ ਕਰਦੇ ਨੂੰ। ਹੁਣ ਵੈਸੇ ਜਿਹੜੇ ਅਸਲੀ ਜਿਹੜੇ ਰਿਜ਼ਲਟਸ ਹੈਗੇ ਆ ਸਾਡੇ, ਜਿਹੜੇ ਅਸੀਂ ਜੋ ਕੁਛ ਅਚੀਵ ਕਰਨਾ ਚਾਹੁੰਦੇ, ਜਿਹੜੇ ਬੱਚੇ ਹੁਣ ਗੈਂਗ ਲਾਈਫ ਸਟਾਈਲ ਦੇ ਵਿੱਚ ਵੜਦੇ ਆ ਅਤੇ ਜਿਹੜੇ ਬੱਚੇ ਇਸ ਵੇਲੇ ਹੁਣ ਗੈਂਗ ਲਾਈਫ ਸਟਾਈਲ 'ਚ ਹੈਗੇ ਆ ਉਹਨੂੰ ਕੱਢਣੇ ਕਿੱਦਾਂ, ਇਹ ਜਿਹੜੇ ਸਾਡੇ ਕੱਲ੍ਹ ਰੈਕਮੈਂਡੇਸ਼ਨਸ ਆਏ ਸੀਗੇ, ਇਹ ਸਾਡੇ ਵਿਚਾਰ ਸੀਗੇ। ਬਟ ਬਸ ਜਿਹੜੇ ਸਾਡੇ ਆਪਣੇ ਸਟ੍ਰੈਟਜੀਜ਼ ਹੈਗੇ ਆ ਅਤੇ ਇਸ ਵੇਲੇ ਸਾਨੂੰ ਇਹ ਵੀ ਪਤਾ ਲੱਗਾ ਜਿਹੜਾ ਟਾਸਕ ਫੋਰਸ ਤੋਂ ਆਪਣੇ ਜਿਹੜੇ ਸਕਾਲਰਸ ਸੀਗੇ, ਐਕੈਡੈਮਿਕਸ ਸੀਗੇ ਜਿਹੜੇ ਪਾਰਟਿਸਿਪੇਟ ਕਰ ਰਹੇ ਸੀਗੇ, ਇਸ ਵੇਲੇ ਸਾਨੂੰ ਇੰਨਾ ਵਿਚਾਰ ਬਣਿਆ ਤਾਂ ਜਿਹੜੇ ਸਾਡੇ ਬੱਚੇ ਹੈਗੇ ਆ, ਜਿਹੜੇ ਬੱਚੇ ਸਪੈਸ਼ਲੀ ਜਿਹੜੇ ਹੈਗੇ ਆ ਏਜ 6 ਤੋਂ 11 ਤੱਕ, ਉਹ 'ਚ ਵੀ ਸਾਨੂੰ ਰਿਸੋਰਸਿਸ ਪਾਉਣੇ ਚਾਹੀਦੇ ਕਰਕੇ ਇਹੋ ਜਿਹੇ ਨਿਆਣੇ ਟਰਬਲ ਹੈਗੇ ਆ, ਐਟ ਰਿਸਕ ਨੂੰ ਸੱਦ ਰਹੇ। ਵੈਸੇ ਉਹ 'ਚ ਅਸੀਂ ਚਾਹੁੰਦੇ ਪਹਿਲਾਂ ਉੱਥੇ ਕਾਫੀ ਇਨੀਸ਼ੀਏਟਿਵ ਕਰੀਏ ਜਿੱਥੇ ਤੱਕ ਉਹ ਨਿਆਣੇ ਨੂੰ ਸਪੋਰਟ ਕਰਕੇ ਜਿਹੜੇ ਹੋਵੇ ਉਹ ਨਿਆਣੇ ਜਦੋਂ ਵੱਡੇ ਹੋ ਜਾਂਦੇ, ਟੀਨੇਜਰਸ ਬਣ ਜਾਂਦੇ, ਇਹ ਲਾਈਫ ਸਟਾਈਲ ਦੇ ਵਿੱਚ ਨਾ ਆਉਣ। ਸੋ ਉਹ ਸਾਡਾ ਨੰਬਰ 1 ਰੈਕਮੈਂਡੇਸ਼ਨ ਸੀਗਾ ਕੱਲ੍ਹ ਦਾ। ਅਤੇ ਜਿਹੜਾ ਸਾਡੇ 2 ਰੈਕਮੈਂਡੇਸ਼ਨ ਸੀਗਾ, ਅਸੀਂ ਚਾਹੁੰਦੇ ਆ ਨਵੀਂ ਕਮੇਟੀ ਆਪਾਂ ਫਾਰਮ ਕਰਨਾ। ਉਹ ਜਿਹੜਾ ਕਮੇਟੀ ਹੈਗਾ ਆ ਉਹਨੇ ਸਾਰੇ ਆਪਣੇ ਰਿਸੋਰਸਿਸ ਨੂੰ ਮੈਨੇਜ ਕਰਨਾ ਹੈਗਾ। ਇਹ ਨਹੀਂ ਹੈਗਾ ਅਸੀਂ ਚਾਹੁੰਦੇ ਕੋਈ ਡੁਪਲੀਕੇਸ਼ਨ ਆਫ ਸਰਵਿਸਿਜ਼। ਪਰ ਜਿਹੜਾ ਆ ਐਫਰਟ ਬਣਨਾ, ਜਿਹੜਾ ਕਮੇਟੀ ਬਣੂਗਾ ਉਹ ਕਾਨਨ ਪੋਲੀਟੈਕ ਯੂਨੀਵਰਸਿਟੀ ਅਤੇ ਸਾਈਮਨ ਫਰੇਜ਼ਰ ਉਹ ਬੜਾ ਹਿੱਸਾ ਲਓਗੇ। ਬਾਕੀ ਜਿਹੜਾ ਸਾਡਾ RCMP ਅਤੇ ਸਾਡੇ ਸਿਟੀ ਸਟਾਫ ਉਹ ਵੀ ਬੜਾ ਹਿੱਸਾ ਲਓਗੇ। ਬਟ ਜਿਹੜੇ ਇਹਦੀ ਮਤਲਬ ਆ, ਇਹਦਾ ਮਤਲਬ ਹੈ ਕਿ ਕਈ ਵਾਰੀ ਉੱਥੇ ਬਾਹਰ ਕੋਆਰਡੀਨੇਸ਼ਨ ਵਾਲਾ ਨਹੀਂ ਹੁੰਦਾ ਆਪਣੇ ਜਿਹੜੇ ਆਪਣੇ ਸੋਸ਼ਲ ਸਰਵਿਸਿਜ਼ ਹੈਗੇ, ਪਰ ਅਸੀਂ ਚਾਹੁੰਦੇ ਆ ਕੋਈ ਡੁਪਲੀਕੇਸ਼ਨ ਨਾ ਹੋਣ ਅਤੇ ਸਾਡੇ ਐਫੀਸ਼ੀਐਂਸੀ ਰਹਿਣ। ਬਾਕੀ ਜਿਹੜਾ ਸਾਡਾ 30 ਰੈਕਮੈਂਡੇਸ਼ਨ ਸੀਗਾ, ਸਾਨੂੰ ਇਹ ਵੀ ਪਤਾ ਲੱਗਾ ਇਸ ਰਿਪੋਰਟ ਦੇ ਵਿੱਚ ਕਈ ਜਿਹੜੇ ਥਾਂ ਹੈਗੇ ਸਰੀ ਦੇ ਵਿੱਚ, ਪਰਟੀਕੂਲਰਲੀ 2 ਥਾਂ ਸਾਡੇ ਧਿਆਨ ਆ ਰਹੇ ਇਸ ਵੇਲੇ। ਉਹ ਅਸੀਂ ਚਾਹੁੰਦੇ ਉੱਥੇ ਟਾਰਗੇਟਡ ਸੋਸ਼ਲ ਪ੍ਰੋਗਰਾਮਸ ਅਸੀਂ ਇੰਟਰੋਡਿਊਸ ਕਰੀਏ। ਕਈ ਥਾਂ ਸਾਨੂੰ ਇਹ ਪਤਾ ਲੱਗਿਆ ਨਿਆਣੇ ਕਈ ਸਕੂਲਾਂ ਦੇ ਵਿੱਚ ਕਾਫੀ ਰਿਸਕ ਹੈਗੇ ਆ, ਉਹ ਰਿਸਕ ਪ੍ਰੋਫਾਈਲ ਵਧਿਆ। ਸੋ ਅਸੀਂ ਇਸ ਤਰੀਕੇ ਨਾਲ ਚਾਹੁੰਦੇ ਉੱਥੇ ਸਕੂਲ ਦੇ ਵਿੱਚ ਅਸੀਂ ਸਾਡੇ ਟਾਈਮ ਵੱਧ ਲੱਗਣ ਅਤੇ ਜਿਹੜੇ ਉਹ ਨਿਆਣੇ ਅਸੀਂ ਆਈਡੈਂਟੀਫਾਈ ਕੀਤੇ ਜਿਹੜੇ ਐਟ ਰਿਸਕ ਹੈਗੇ ਉਹ ਤੋਂ ਥੋੜ੍ਹਾ ਜਿਹਾ ਟਾਈਮ ਵੱਧ ਸਪੈਂਡ ਕਰੀਏ। ਪ੍ਰੋਵਿੰਸ਼ੀਅਲ ਗਵਰਨਮੈਂਟ ਐਂਡ ਫੈਡਰਲ ਗਵਰਨਮੈਂਟ ਦੇ ਵਿੱਚ ਵੀ ਹਿੱਸਾ ਹੈਗਾ। ਕਈ ਵਾਰੀ ਬੰਦਾ ਇਹ ਧਿਆਨ ਨਹੀਂ ਕਰਦੇ ਹੈਗੇ ਦੈਟ ਫੈਡਰਲ ਗਵਰਨਮੈਂਟ ਦੇ ਜਿਹੜੇ ਗੈਂਗ ਜਿਹੜਾ ਆਪਣੇ ਗਨਜ਼ ਜਿਹੜਾ ਲੈਜਿਸਲੇਸ਼ਨ ਹੈਗਾ ਉਹ ਜਿਹੜਾ ਸਾਰਾ ਧਿਆਨ ਆਪਣਾ ਫੈਡਰਲ ਗਵਰਨਮੈਂਟ 'ਚ ਆ ਰਹੀ ਹੈ। ਅਸੀਂ ਚਾਹੁੰਦੇ ਆ ਤਾਂ ਗਨ ਲਾਅ ਵੀ ਥੋੜ੍ਹੇ ਟਾਈਟਨ ਹੋਣ ਅਤੇ ਜਿਹੜੇ ਇਸ ਵੇਲੇ ਜਿਹੜੇ ਆਪਣੇ ਜੇਲ੍ਹ ਵਿੱਚ ਕਿਸੇ ਨੇ ਜਾਣਾ ਹੈਗਾ ਉਹ ਜਿਹੜੇ ਹੋਵੇ ਉਹ ਥੋੜ੍ਹੇ ਟਫ ਹੋਣ ਆਪਣੇ ਜਿਹੜੇ ਗੈਂਗਸਟਰ ਹੋਣ ਕਰਕੇ। ਜਿਹੜੇ ਉਹ ਸਾਰੇ ਲਾਅਸ ਹੈਗੇ ਉਹ ਫੈਡਰਲ ਰਿਸਟ੍ਰਿਕਟਡ ਲਾਅਸ ਹੈਗੇ ਆ। ਅਸੀਂ ਚਾਹੁੰਦੇ ਆਪਣੇ ਫੈਡਰਲ ਕਾਊਂਟਰਪਾਰਟਸ ਜਿਹੜੇ ਸਾਡੇ MPs ਹੈਗੇ ਆ ਸਾਰੇ ਉਹ ਥੋੜ੍ਹੇ ਜਿਹੇ ਉੱਥੇ ਧਿਆਨ ਰੱਖਣ। ਬਾਕੀ ਜਿਹੜੇ ਸਾਡੇ MLAs ਹੈਗੇ ਆ, ਜਿਹੜੇ ਸਾਡੇ ਸਿਟੀ 'ਚ ਸੋਸ਼ਲ ਸਰਵਿਸਿਜ਼ ਚਾਹੀਦੇ, ਭਾਵੇਂ ਡਰੱਗ ਐਡਿਕਸ਼ਨ ਹੋਵੇ, ਸ਼ਰਾਬ ਦੀ ਹੋਵੇ ਅਤੇ ਜਿਹੜੇ ਬੱਚਿਆਂ ਦੇ ਸੋਸ਼ਲ ਸਰਵਿਸ ਦੀ ਲੋੜ ਉਹ ਉਹਨਾਂ ਦੇ ਜੁਰਿਸਡਿਕਸ਼ਨ 'ਚ ਆ ਰਹੀ। ਸੋ ਅਸੀਂ ਚਾਹੁੰਦੇ ਕੋਈ ਕੋਆਰਡੀਨੇਟਡ ਐਫਰਟਸ ਹੋਣ ਸਾਡੇ ਤਿੰਨੇ ਆਪਣੇ ਗਵਰਨਮੈਂਟ ਲੈਵਲਸ 'ਤੇ, ਜਿੱਥੇ ਤੱਕ ਅਸੀਂ ਬਹੁਤ ਵੱਡਾ ਇੰਪਰੂਵਮੈਂਟ ਕਰ ਸਕਦੇ ਸਾਡੇ ਸੋਸਾਇਟੀ ਦੇ ਵਿੱਚ। ਸੋ ਆਪਾਂ ਗਾਹਾਂ ਜਿਹਦਾ ਸਮਾਂ ਆਊਗਾ ਅਸੀਂ ਇਹ ਵੀ ਦੇਖਣਾ ਚਾਹੁੰਦੇ ਜਿੱਥੇ ਸਾਡੇ ਇਨਵੈਸਟਮੈਂਟਸ ਹੋਣ ਉਹਦਾ ਆਊਟਕਮ ਵੀ ਆਪਾਂ ਮੈਜਰ ਕਰੀਏ। ਜਿੰਨੇ ਪੈਸੇ ਲੱਗਣੇ, ਜਿੰਨੇ ਪੁਲਿਸ ਪਾਉਣੇ ਹੋਵੇ, ਮਤਲਬ ਸਾਨੂੰ ਥੋੜ੍ਹੇ ਬਾਅਦ ਪਤਾ ਲੱਗਣ ਸਾਡੇ ਇੰਪੈਕਟ ਕੀ ਹੈਗੇ ਰਿਸੋਰਸਿਸ ਜਦੋਂ ਪਾਉਣ। ਟੌਮ ਜੀ, ਇਹ ਤਾਂ ਰਿਕਮੈਂਡੇਸ਼ਨਸ ਉਹਨਾਂ ਵੱਲੋਂ ਦਿੱਤੀਆਂ ਗਈਆਂ ਗੈਂਗ ਪ੍ਰੀਵੈਂਸ਼ਨ ਟਾਸਕ ਫੋਰਸ ਵੱਲੋਂ। ਹੁਣ ਇਹ ਸਿਟੀ ਕਦੋਂ ਲਾਗੂ ਕਰੇਗੀ, ਇਹ ਵੱਡਾ ਕੁਐਸਚਨ ਹੈਗਾ। ਜੀ ਦੇਖੋ, ਆਈ ਥਿੰਕ ਦੈਟ ਇਸ ਵੇਲੇ ਆਪਾਂ ਕਾਫੀ ਇਸ਼ੂਜ਼ ਹੁਣ ਇੰਪਲੀਮੈਂਟ ਕਰ ਰਹੇ। ਦੇਖੋ ਜੀ, ਜਿਹੜੇ ਸਾਡੇ ਇਸ਼ੂਜ਼ ਹੈਗੇ ਸਰੀ 'ਚ ਕਾਫੀ ਯੂਨੀਕ ਹੈਗੇ ਆ। ਆਮ ਤੌਰ 'ਤੇ ਅਸੀਂ ਦੇਖੋ ਜੇ ਆਪਣੇ ਤੁਸੀਂ ਲਾਸ ਐਂਜਲਸ ਦੇਖੋ, ਸ਼ਿਕਾਗੋ ਦੇਖੋ, ਜਿਹੜੇ ਪ੍ਰੋਬਲਮਸ ਉੱਥੇ ਪੈ ਰਹੇ, ਉਸ ਜਿਹੜੇ ਸਿਟੀਆਂ 'ਚ ਪ੍ਰੋਬਲਮ ਹੈਗੇ ਉਹ ਤਾਂ ਕਾਫੀ ਗਰੀਬ ਫੈਮਿਲੀ 'ਚ ਜਿਹੜੇ ਆਪਣੇ ਗੈਂਗ ਐਕਟੀਵਿਟੀ ਸ਼ੁਰੂ ਹੁੰਦੇ। ਸਰੀ ਦੇ ਵਿੱਚ ਜਿਹੜੇ ਸਾਡੇ ਮਿਡਲ ਕਲਾਸ, ਅਪਰ ਕਲਾਸ
ਵੀ ਨਿਆਣੇ ਹੈਗੇ ਆ ਉਹ ਵੀ ਇਸ ਲਾਈਨ 'ਚ ਆ ਰਹੇ ਸੋ ਜਿਹੜੇ ਸਾਡੇ ਇਸ਼ੂਜ਼ ਆ ਦੇ ਵੈਰੀ ਡਿਫਰੈਂਟ ਜਿਹੜੇ ਸਟ੍ਰੈਟਜੀ ਹੈ ਵੀ ਵਰਤਣਾ ਉਹ ਵੀ ਕਾਫੀ ਡਿਫਰੈਂਟ ਵਰਤਣਾ ਪੈਣਾ ਪਰ ਜਿਹੜਾ ਬੋਟਮ ਲਾਈਨ ਹੈਗਾ ਇਸ ਵੇਲੇ ਜਿਹੜੇ ਸਾਡੇ ਐਜੂਕੇਟਰਸ ਹੈਗੇ ਆ ਜੋ ਕਹਾਂ ਜਿਹੜੇ ਸਕੂਲ ਬੋਰਡ ਹੈਗੇ ਆ RCMP ਇਹ ਨਹੀਂ ਹੈਗਾ ਆਪਣਾ ਸਿਰਫ ਤੁਸੀਂ ਪੁਲਿਸ ਨੂੰ ਹਾਇਰ ਕਰਕੇ ਤੁਸੀਂ ਆ ਪ੍ਰੋਬਲਮ ਹੱਲ ਕਰ ਸਕਣ ਇਹ ਜਿਹੜੀ ਪ੍ਰੋਬਲਮ ਹੈਗੀ ਤੁਹਾਨੂੰ ਕਾਉਂਸਲਰਸ ਦੀ ਲੋੜ ਆ ਆਪਣੇ ਨਾਲ ਤੁਹਾਨੂੰ ਹਿੱਸੇ ਪੇਰੈਂਟਸ ਦੀ ਵੀ ਹਿੱਸਾ ਹੈਗਾ ਆਪਣੇ ਕਮਿਊਨਿਟੀ ਦੇ ਆ ਬਿਜ਼ਨਸ ਦਾ ਵੀ ਹੈਗਾ ਸੋ ਸਾਡੇ ਸਾਰਿਆਂ ਦਾ ਹਿੱਸਾ ਹੈਗਾ ਟੂ solve this problem and I think that we're going to be able to do that. ਤੁਸੀਂ ਸਭ ਤੋਂ ਪੁਰਾਣੇ ਅਤੇ ਸੀਨੀਅਰ ਇਸ ਵੇਲੇ ਕਾਉਂਸਲਰ ਹੋ 4 ਟਰਮਸ ਤੁਸੀਂ ਲੜ ਚੁੱਕੇ ਹੋ ਜਿੱਤੇ ਹੋ ਹੁਣ ਤੁਸੀਂ ਆਉਂਦੇ ਸਮੇਂ 'ਚ ਅਕਤੂਬਰ 'ਚ ਇਲੈਕਸ਼ਨਸ ਹੈਗੀਆਂ ਮੇਅਰ ਦੇ ਲਈ ਜਾ ਰਹੇ ਹੋ ਹਾਂਜੀ ਇਸ ਵੇਲੇ ਅਕਤੂਬਰ 20th ਸਾਡਾ ਅਗਲੇ ਸਿਵਿਕ ਇਲੈਕਸ਼ਨਸ ਹੈਗੇ ਆ ਇਸ ਵੇਲੇ ਜਿਹੜਾ 31st ਦੇ ਹੁਣ ਮੈਨੂੰ ਮੈਂਡੇਟ ਮਿਲਿਆ ਹੈਗਾ ਐਜ਼ ਮੇਅਰ ਕੈਂਡੀਡੇਟ ਹੁਣ ਅਕਤੂਬਰ 20 ਨੂੰ ਮੈਂ ਮੇਅਰ ਲਈ ਰਨ ਕਰੂੰਗਾ ਜੀ ਇਹ ਸਨ ਕਾਉਂਸਲਰ ਟੌਮ ਗਿੱਲ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਜੋ 6 ਰਿਕਮੈਂਡੇਸ਼ਨਸ ਗੈਂਗ ਪ੍ਰੀਵੈਂਸ਼ਨ ਟਾਸਕ ਫੋਰਸ ਨੇ ਦਿੱਤੀਆਂ ਉਹਦੇ ਬਾਰੇ ਇਹਨਾਂ ਨੇ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀ ਅਤੇ ਇਸ ਨੂੰ ਜਲਦੀ ਹੀ ਲਾਗੂ ਕਰਨ ਦਾ ਵੀ ਵਾਅਦਾ ਕੀਤਾ ਬਰੈਂਪਟਨ ਦੇ ਪਵਿੱਤਰ ਬਾਸੀ ਦੇ ਕੇਸ ਵਿੱਚ ਅਦਾਲਤ ਨੇ 2 ਹੋਰ ਵਿਅਕਤੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ ਪੀਲ ਪੁਲਿਸ ਵੱਲੋਂ ਇਸ ਸੰਬੰਧ ਵਿੱਚ ਹੁਣ ਤੱਕ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ 4 ਨੂੰ ਜ਼ਮਾਨਤ ਮਿਲ ਚੁੱਕੀ ਹੈ ਜ਼ਿਕਰ ਹੋ ਗਿਆ ਕਿ 19 ਮਾਰਚ ਨੂੰ ਸੈਂਡਲਵੇ ਪਾਰਕਵੇ ਈਸਟ ਤੇ ਕੁਝ ਮੁੰਡਿਆਂ ਨੇ ਪਵਿੱਤਰ ਬਾਸੀ ਨੂੰ ਇੰਨਾ ਕੁੱਟਿਆ ਕਿ ਉਸ ਦੀ ਮੌਤ ਹੋ ਗਈ ਇਹਨਾਂ ਦੋਸ਼ੀਆਂ ਦਾ ਪਵਿੱਤਰ ਬਾਸੀ ਦੇ ਨਾਲ ਕੋਈ ਪਰਿਵਾਰਕ ਸੰਬੰਧ ਨਹੀਂ ਹੈ what we've been told about this whole process. I think as a family who obviously has never dealt with something like this before, it's really concerning. It's concerning to us, other members of the public who are family and friends who are just now learning of something like this. It's something that we'd like to voice our concern about and we have the right to do so, so we will be doing that. What we do want is the support of our community to come together to combat things like this so that no other family has to go through something like this again. And obviously we see violence on the rise in our community in Brampton, but I'm sure, that's going to be a trend elsewhere in Ontario. And it is really unfortunate, and we don't want anyone else to have to go through what our family is going through right now. I think we thought it was really important because we were chatting about it before. Pavitr was our brother, our cousin, son. He was a human being. He was taken in such a brutal way, and for us we can't take that sitting down. We have to tell people who he was. We have to talk about how it's affected us. It's really like the only way we know how to do it. We never considered not saying anything. It was our reaction to the events and the cards that we were dealt with. So, I think in the last little while, we've certainly felt like as a victim's family, we don't seem to have a lot of rights. Again, this is very early. It's been 3 months since the incident. Our emotions are very raw, and there's still, unfortunately, a very lengthy trial and time period ahead of us for this to all hash out. So. I think it's a little too premature to be, commenting on that. But, we're optimistic. They lost their youngest child. It's difficult. It's difficult seeing your parents go through that, and you can't. Anything you say, anything you do, won't help them. It's happened, and we just don't want this to happen to anyone ever again. Pavitr was our baby brother, and he was brutally taken away from us by a group of young men, and it's just so unbelievable. I never would have thought this could have happened, and we don't want this to ever happen to anyone else ever again. ਬੀਤੇ ਦਿਨੀ ਅਫਗਾਨਿਸਤਾਨ ਵਿੱਚ ਹੋਏ ਜਾਨਲੇਵਾ ਹਮਲੇ ਵਿੱਚ 19 ਵਿਅਕਤੀਆਂ ਦੀ ਜਾਨ ਗਈ ਸੀ ਜਿਨ੍ਹਾਂ ਵਿੱਚ ਬਹੁਤਾਤ ਸਿੱਖਾਂ ਦੀ ਸੀ ਐਸੇ ਤੇ ਚਿੰਤਾ ਜ਼ਾਹਰ ਕਰਦਿਆਂ ਬੀਤੇ ਦਿਨੀ ਓਨਟਾਰੀਓ ਸਿੱਖ ਐਂਡ ਗੁਰਦੁਆਰਾ ਕਾਉਂਸਲ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ NGOs ਵੱਲੋਂ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਇਸ ਤੇ ਚਿੰਤਾ ਜ਼ਾਹਰ ਕੀਤੀ ਗਈ ਇਹਨਾਂ ਜਥੇਬੰਦੀਆਂ ਦੀ ਪੂਰੀ ਕੋਸ਼ਿਸ਼ ਹੈ ਕਿ ਅਫਗਾਨਿਸਤਾਨ ਵਿੱਚ ਵਸਦੇ ਇਹਨਾਂ ਸਿੱਖ ਪਰਿਵਾਰਾਂ ਨੂੰ ਕੈਨੇਡਾ ਸਰਕਾਰ ਕੈਨੇਡਾ ਵਿੱਚ ਪਨਾਹ ਦੇਵੇ ਅਫਗਾਨਿਸਤਾਨ ਦੇ ਵਿੱਚ ਸਿੱਖ ਅਤੇ ਹਿੰਦੂ ਕਮਿਊਨਿਟੀ ਦੇ ਲੋਕਾਂ ਉੱਤੇ ਹੋਏ ਅਤਵਾਦੀ ਹਮਲੇ ਸੰਬੰਧੀ ਕੈਨੇਡਾ ਭਰ ਦੀ ਗੁਰਦੁਆਰਾ ਕਮੇਟੀਆਂ ਨੇ ਮਾਲਟਨ ਗੁਰੂ ਘਰ ਵਿਖੇ ਜੁਆਇੰਟ ਪ੍ਰੈਸ ਕਾਨਫਰੰਸ ਰੱਖੀ ਇਸ ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਹਾਦਸੇ ਦਾ ਸ਼ਿਕਾਰ ਹੋਏ ਪੀੜਤਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਅਖੰਡ ਪਾਠ ਸਾਹਿਬ ਦਾ ਭੋਗ ਪਾ ਕੇ ਕੀਤੀ ਗਈ
ਅਫਗਾਨਿਸਤਾਨ ਦੇ ਵਿੱਚ ਸਾਡੇ 19 ਸਾਡੇ ਹਿੰਦੂ ਭਰਾ ਸਿੱਖ ਭਰਾ ਜੋ ਮਾਰੇ ਗਏ ਆ ਸੁਸਾਈਡ ਬੰਬਰ ਦੇ ਵਿੱਚ, ਅਸੀਂ ਉਹਨਾਂ ਸਾਰਿਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਪਰ ਨਾਲ ਹੀ ਅਸੀਂ ਕੈਨੇਡਾ ਦੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜੋ ਅਫਗਾਨਿਸਤਾਨ ਦੇ ਵਿੱਚ ਘੱਟ ਗਿਣਤੀ ਦੇ ਲੋਕ ਆ, ਜੋ ਉਹਨਾਂ ਨੂੰ ਉੱਥੇ ਖਤਰਾ ਜਾਂ ਉਹਨਾਂ ਨਾਲ ਇੰਨਾ ਅਤਿਆਚਾਰ ਹੋ ਰਿਹਾ, ਵੀ ਕੈਨੇਡਾ ਦੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ। ਸਾਡੇ ਇੰਨੇ ਮੈਂਬਰ ਪਾਰਲੀਮੈਂਟ ਬੈਠੇ ਆ, ਆਪੋ ਆਪਣੇ ਹਲਕੇ ਦੇ ਜਿਹੜੇ ਵੀ ਮੈਂਬਰ ਪਾਰਲੀਮੈਂਟ ਆ ਉਹਨਾਂ ਨੂੰ ਬੇਨਤੀ ਕਰੋ ਭਾਈ, ਉਹਨਾਂ ਦੇ ਉੱਪਰ ਇਹ ਰਿਕੁਐਸਟ ਕਰਕੇ ਵੀ ਤੁਸੀਂ ਉਹਨਾਂ ਨੂੰ ਇੱਥੇ ਸੱਦੋ। ਤੇ ਮੈਂ ਨਾਲ ਹੀ ਇੱਥੇ ਸਾਧ ਸੰਗਤ ਜੀ, ਸਾਡਾ ਛੋਟਾ ਵੀ ਸਾਡਾ ਬੱਚਾ ਮਨਮੀਤ ਸਿੰਘ ਭੁੱਲਰ ਜੋ ਕਿ ਪਿਛਲੇ ਕੋਈ 2 ਸਾਲ ਤੋਂ ਪਹਿਲਾਂ ਉਹ ਸਵਰਗਵਾਸ ਹੋਏ ਸੀ ਐਕਸੀਡੈਂਟ ਦੇ ਵਿੱਚ, ਉਸ ਪਰਿਵਾਰ ਨੇ ਜੋ ਬੀੜਾ ਚੱਕਿਆ ਸੀ, ਜਿਹੜੇ ਆਪਾਂ ਉੱਥੋਂ ਦੇ ਅਫਗਾਨੀ ਭਰਾ ਪੰਜਾਬ ਦੀ ਧਰਤੀ 'ਤੇ ਲਿਆਂਦੇ ਆ, ਜਿਹੜੇ ਪ੍ਰੋਸੈਸ ਦੇ ਵਿੱਚ ਹੈਗੇ ਆ, ਉਹਨਾਂ ਨੂੰ ਫਾਸਟ ਟਰੈਕ 'ਤੇ ਇੱਥੇ ਲਿਆਂਦਾ ਜਾਵੇ। ਇਸ ਮੌਕੇ ਅਲਬਰਟਾ ਦੇ ਸਾਬਕਾ ਐਮਐਲਏ ਲੇਟ ਮਨਮੀਤ ਸਿੰਘ ਭੁੱਲਰ ਦੇ ਪਿਤਾ ਬਲਜਿੰਦਰ ਸਿੰਘ ਭੁੱਲਰ ਨੇ ਵੀ ਖਾਸ ਤੌਰ ਤੇ ਸ਼ਿਰਕਤ ਕੀਤੀ ਅਤੇ ਅਫਗਾਨਿਸਤਾਨ ਦੇ ਮੌਜੂਦਾ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਮਨਮੀਤ ਸਿੰਘ ਭੁੱਲਰ ਵੱਲੋਂ ਅਫਗਾਨਿਸਤਾਨ ਦੇ ਵਿੱਚ ਫਸੇ ਸਿੱਖਾਂ ਨੂੰ ਕੈਨੇਡਾ ਬੁਲਾਉਣ ਉਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਸੀ। ਬਹੁਤ ਹੀ ਮੰਦਭਾਗਾ ਹਾਦਸਾ ਅਫਗਾਨਿਸਤਾਨ ਦੇ ਵਿੱਚ ਵਾਪਰਿਆ, ਜਿੱਥੇ ਅਸੀਂ ਆਪਣੇ 20 ਭਰਾ, ਉਹ ਸਿਰਫ ਭਰਾ ਹੀ ਨਹੀਂ ਸੀ, ਉਹ ਸਿੱਖ ਕੌਮ ਦੇ ਸੇਵਾਦਾਰ ਸੀਗੇ, ਸਿੱਖ ਕੌਮ ਦੇ ਲੀਡਰ ਸੀਗੇ, ਜਿਨ੍ਹਾਂ ਨੂੰ ਉੱਥੇ ਸ਼ਹੀਦ ਕਰ ਦਿੱਤਾ ਗਿਆ। ਬਹੁਤ ਜ਼ਿਆਦਾ ਜ਼ੁਲਮ ਹੋਇਆ ਆ। ਅੱਜ ਅਸੀਂ ਸਾਰੇ ਕੈਨੇਡਾ ਨਿਵਾਸੀ ਇੱਕ ਆਵਾਜ਼ ਬਣ ਕੇ ਉਹਨਾਂ ਦੀ ਕੋਈ ਨਾ ਕੋਈ ਹੱਲ ਕੱਢਣ ਲਈ ਇੱਥੇ ਇਕੱਤਰ ਹੋਏ ਆ। ਸਾਡੇ ਸਰਕਾਰ ਨੂੰ 2 ਬੇਨਤੀਆਂ ਆ, 2 ਸੁਨੇਹੇ ਆ ਕਿ ਇੱਕ ਤੇ ਜਿਨ੍ਹਾਂ ਪਰਿਵਾਰਾਂ ਦੇ 65 ਫੈਮਲੀਆਂ ਨੂੰ ਅਸੀਂ ਆਲਰੇਡੀ ਮਨਮੀਤ ਭੁੱਲਰ ਚੈਰੀਟੇਬਲ ਆਰਗੇਨਾਈਜੇਸ਼ਨ ਵੱਲੋਂ ਸਪਾਂਸਰ ਕੀਤਾ ਆ, ਉਹਨਾਂ ਨੂੰ ਜਿੰਨੀ ਛੇਤੀ ਹੋ ਸਕਦਾ ਉਹਨਾਂ ਨੂੰ ਇੱਥੇ ਮੰਗਾਇਆ ਜਾਵੇ। ਤੇ ਜਿਹੜੇ ਬਾਕੀ ਰਹਿੰਦੇ ਪਰਿਵਾਰ ਹੈਗੇ ਆ ਹੈਲਮਟ ਦੇ ਵਿੱਚ, ਤੇ ਸਾਰੇ ਸਿੱਖ ਅਸੀਂ ਆਲਮੋਸਟ ਕੱਢ ਲਏ ਆ ਜੀ। ਗਜ਼ਨੀ, ਜਲਾਲਾਬਾਦ ਤੇ ਕਾਬਲ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਆ, ਉਹਨਾਂ ਦੀ ਸਰਕਾਰ ਬਾਂਹ ਫੜੇ, ਉਹਨਾਂ ਦੀ ਜਿਸ ਵੀ ਤਰੀਕੇ ਦੇ ਨਾਲ ਹੈਲਪ ਕਰ ਸਕਦੇ ਆ ਹੈਲਪ ਕਰਨ। ਇਸ ਸਮਾਗਮ ਰਾਹੀਂ ਸਿੱਖ ਭਾਈਚਾਰੇ ਵੱਲੋਂ ਕੈਨੇਡਾ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਅਫਗਾਨਿਸਤਾਨ ਦੇ ਵਿੱਚ ਫਸੇ ਲਗਭਗ 300 ਸਿੱਖਾਂ ਨੂੰ ਕੈਨੇਡਾ ਵਿੱਚ ਪਨਾਹ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਇਸ ਆਤਮਘਾਤੀ ਹਮਲੇ ਦੇ ਵਿੱਚ 19 ਲੋਕ ਹੀ ਮਾਰੇ ਗਏ ਹਨ, ਜਿਸ ਵਿੱਚ ਇੱਕ ਕਮਿਊਨਿਟੀ ਲੀਡਰ ਅਤੇ ਸਿੱਖ ਪੋਲੀਟੀਕਲ ਕੈਂਡੀਡੇਟ ਵੀ ਸ਼ਾਮਿਲ ਸੀ। NRI ਵਰਡ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਨੱਚਦੀ ਜਵਾਨੀ ਗਰੁੱਪ ਵੱਲੋਂ ਕਾਇਮ ਕੀਤੇ ਗਏ ਗਿਨਸ ਰੈਕੋਰਡ ਦੀ। ਤੁਸੀਂ ਬਣੇ ਰਹੋ ਸਾਡੇ ਨਾਲ। ਬ੍ਰੈਂਪਟਨ ਦੀ ਨੱਚਦੀ ਜਵਾਨੀ ਭੰਗੜਾ ਗਰੁੱਪ ਨੇ ਬੀਤੇ ਦਿਨੀ ਗਿਨਸ ਰੈਕੋਰਡ ਕਾਇਮ ਕੀਤਾ, ਜਿਸ ਵਿੱਚ ਉਹਨਾਂ ਨੇ 2167 ਭੰਗੜਾ ਪਰਫਾਰਮਰਸ ਦੇ ਨਾਲ ਭੰਗੜਾ ਕੀਤਾ। ਇਸ ਨਵੇਂ ਰੈਕੋਰਡ ਦੇ ਨਾਲ ਉਹਨਾਂ ਨੇ ਇੰਡੀਆ ਦਾ 2000 ਭੰਗੜਾ ਪਰਫਾਰਮਰਸ ਦਾ ਰੈਕੋਰਡ ਤੋੜਿਆ ਹੈ। ਕੀ ਕੁਝ ਰਿਹਾ ਇਸ ਪੂਰੇ ਰੈਕੋਰਡ ਕਾਇਮ ਕਰਨ ਤੇ ਖਾਸ, ਆਓ ਪਾਉਂਦੇ ਹਾਂ ਇੱਕ ਨਜ਼ਰ। ਜਿਵੇਂ ਜਿਵੇਂ ਵੱਜਦੀ ਆ ਪੂੰਜੇ ਬਾਜ ਚਾਰੇ ਪਾਸੇ ਗੁੰਜੇ ਜੋ ਚੱਲਣ ਗੋਲੀਆਂ, ਨੱਚਦੀ ਜਵਾਨੀ ਵਾਲੇ ਕੂੜਾ ਕੱਟਦੇ ਹੋ ਕਿੰਨੇ ਸੋਹਣੇ ਲੱਗਦੇ। ਕੈਨੇਡਾ ਦੇ ਮੌਕੇ ਤੇ ਨੱਚਦੀ ਜਵਾਨੀ ਐਸੋਸੀਏਸ਼ਨ ਵੱਲੋਂ ਦੁਨੀਆ ਦੇ ਲਾਰਜੈਸਟ ਡਾਂਸ ਗਰੁੱਪ ਵਜੋਂ ਗਿਨਸ ਵਰਲਡ ਰਿਕਾਰਡ ਬਣਾਇਆ ਗਿਆ। ਵੁੱਡਬਾਈਨ ਰੇਸ ਟਰੈਕ ਵਿਖੇ ਆਯੋਜਿਤ ਕੀਤੇ ਗਏ ਕੈਨੇਡਾ ਡੇ ਮੇਲੇ ਵਿੱਚ ਟੀਮ ਨੱਚਦੀ ਜਵਾਨੀ ਨੇ ਲਾਰਜੈਸਟ ਭੰਗੜਾ ਗਰੁੱਪ ਪਰਫਾਰਮੈਂਸ ਦਾ ਰੈਕੋਰਡ ਤੋੜਿਆ। ਕੇ ਥੱਲਾ ਨੂੰ ਚੈੱਕ ਕਰੀ ਇਤਿਹਾਸ ਤੇ ਸਾਡੀਆਂ ਮਾਰੀਆਂ ਬੱਲਾਂ, ਸ਼ੇਰਨੀਆਂ ਦੀ ਕੁੱਖੋਂ ਜਨਮੇ ਪਿੱਠ ਦਿਖਾਉਂਦੇ ਨਾ, ਉਹ ਦੁਸ਼ਮਣਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾਉਂਦੇ ਆ। You had 2,167. It's a new record by 67 people. This world record has been a huge project for us for a few months now. Actually, since the beginning of this year, we've been preparing for this Guinness World Record. We set this record back in 2008 with 800 people, and now today we have 2,166 people out here today, and they joined us in this heat to come out and help us set this mark for all of Toronto, for our whole community, everyone that's been attached to Nashti Jawani since the first day. We really appreciate you guys. Without you guys, we would not be able to do this. So thank you for always being a part of Team Nashti Jawani. Lots of love for everybody. Thank you so much. ਇਸ ਪਰਫਾਰਮੈਂਸ ਦੇ ਵਿੱਚ 2167 ਟੀਮ ਮੈਂਬਰਸ ਨੇ ਭੰਗੜਾ ਪਾਇਆ ਅਤੇ 67 ਲੋਕਾਂ ਦੇ ਫਰਕ ਨਾਲ ਇੰਡੀਆ ਦੀ ਟੀਮ ਦਾ ਰੈਕੋਰਡ ਤੋੜਿਆ। ਇਸ ਵੇਲੇ ਅਸੀਂ ਖਲੋਤੇ ਹਾਂ ਵੁੱਡਬਾਈਨ ਰੇਸ ਟਰੈਕ ਦੇ ਵਿੱਚ, ਜਿੱਥੇ ਕਿ ਨੱਚਦੀ ਜਵਾਨੀ ਨੇ ਵਰਲਡਸ ਲਾਰਜੈਸਟ ਭੰਗੜਾ ਡਾਂਸ ਦਾ
ਵਰਲਡ ਰੈਕੋਰਡ ਬਣਾਇਆ ਹੈ, ਜਿੱਥੇ ਕਿ 2167 ਬੰਦੇ ਨੱਚੇ ਸੀਗੇ ਜੀ, ਤੇ ਉਹਨਾਂ ਨੇ ਪ੍ਰੀਵੀਅਸ ਰੈਕੋਰਡ 2100 ਬੰਦੇ ਦਾ ਤੋੜਿਆ ਹੈ। ਸੋ ਇਹ ਰੈਕੋਰਡ ਵਾਸਤੇ ਸਾਰੇ ਟੋਰਾਂਟੋ ਵਾਸੀਆਂ ਨੂੰ, ਸਾਰੇ ਕੈਨੇਡਾ ਵਾਸੀਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਹੋਵੇ। ਤੇ ਅਸੀਂ ਇੱਕ ਵਾਰ ਸਾਰੀ ਕਮਿਊਨਿਟੀ ਦਾ ਥੈਂਕ ਯੂ ਵੀ ਕਰਨਾ ਚਾਹੁੰਦੇ ਹਾਂ, ਬਿਕਾਜ਼ ਕਿ ਇੰਨੀ ਹੀਟ ਦੇ ਵਿੱਚ, ਇੰਨੀ ਗਰਮੀ ਦੇ ਵਿੱਚ ਤੁਸੀਂ ਸਾਰੇ ਜਾਣੇ ਇੱਥੇ ਆਏ ਤੇ ਇਸ ਵਰਲਡ ਰੈਕੋਰਡ ਦੇ ਵਿੱਚ ਆਪਣਾ ਤੁਸੀਂ ਜਿਹੜਾ ਸੀਗਾ ਤੁਹਾਡਾ ਆਪਣੀ ਸਾਈਡ ਦਾ ਜਿੰਨਾ ਕਿ ਤੁਸੀਂ ਹਿੱਸਾ ਪਾ ਸਕਦੇ ਹੋ ਪਾਇਆ, ਤੇ ਤੁਸੀਂ ਇਸ ਵਰਲਡ ਰੈਕੋਰਡ ਦਾ ਹਿੱਸਾ ਬਣੇ। ਅੱਜ ਆਪਾਂ ਇੱਥੇ ਵੁੱਡਬਾਈਨ ਰੇਸ ਟਰੈਕ ਤੇ ਇਕੱਠੇ ਹੋਏ ਆ ਤੇ ਅੱਜ ਆਪਣਾ ਜਿਹੜਾ ਗੋਲ ਸੀਗਾ ਫॉर ਬਿਗੇਸਟ ਲਾਰਜੈਸਟ ਭੰਗੜਾ ਡਾਂਸ, ਤੇ ਅੱਜ ਆਪਾਂ ਅਚੀਵ ਕੀਤਾ ਆ। ਅਸੀਂ ਇਸ ਵਰਲਡ ਰੈਕੋਰਡ ਜਿਹੜਾ ਹੋਇਆ ਆ ਭੰਗੜੇ ਦਾ, ਉਹਨੂੰ ਲੈ ਕੇ ਬਹੁਤ ਉਤਸ਼ਾਹ ਸੀਗਾ। ਸਾਰੀਆਂ ਫੈਮਲੀਜ਼ ਜਿੰਨੀਆਂ ਵੀ ਬੱਚੇ ਲੈ ਕੇ ਆਈਆਂ, ਤੇ ਮੈਂ ਸਾਰਿਆਂ ਨੂੰ ਇੱਕ ਸਲੂਟ ਕਰਦਾ ਹੈਗਾ, ਕਿਉਂਕਿ ਗਰਮੀ ਬਹੁਤ ਹੈਗੀ ਆ ਪਰ ਉਤਸ਼ਾਹ ਵੀ ਉਨਾ ਜ਼ਿਆਦਾ ਆ। ਤੇ ਸਾਰੇ ਹੀ ਜਿੰਨੇ ਵੀ ਆ ਆਰਗੇਨਾਈਜ਼ਰ ਕੈਨੇਡਾ ਦੇ ਮੇਲੇ ਦੇ ਆ, ਸਾਰਿਆਂ ਨੂੰ ਮੁਬਾਰਕਾਂ। ਅੱਜ ਦੀ ਟੈਕਨੋਲੋਜੀ ਪੱਖੋਂ ਵਿਕਸਿਤ ਦੁਨੀਆ ਦੇ ਵਿੱਚ ਭੰਗੜਾ ਅਤੇ ਹੋਰ ਸੱਭਿਆਚਾਰਕ ਕਲਾਵਾਂ ਲਈ ਜਾਗਰੂਕਤਾ ਪੈਦਾ ਕਰਨ ਵਾਸਤੇ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ, ਜਿਸ ਦਾ ਮਕਸਦ ਹੈ ਨੌਜਵਾਨਾਂ ਲਈ ਇੱਕ ਸੁਰੱਖਿਅਤ ਪਲੇਟਫਾਰਮ ਸਥਾਪਿਤ ਕਰਨਾ, ਤਾਂ ਜੋ ਐਕਸਟਰਾ ਕਰਿਕੂਲਮ ਐਕਟੀਵਿਟੀਜ਼ ਨੂੰ ਸ਼ਾਮਿਲ ਕਰਕੇ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕੇ। ਉਬਰ ਨੂੰ ਹੁਣ ਬ੍ਰੈਂਪਟਨ ਵਿੱਚ ਲੀਗਲ ਕਰ ਦਿੱਤਾ ਗਿਆ ਹੈ। ਇਸ ਬਾਇਲਾਅ ਵਿੱਚ ਸਿਟੀ ਕੌਂਸਲਰ ਗੁਰਪ੍ਰੀਤ ਢਿੱਲੋਂ ਵੱਲੋਂ ਕੁਝ ਅਮੈਂਡਮੈਂਟਸ ਪੇਸ਼ ਕੀਤੀਆਂ ਗਈਆਂ ਸਨ, ਜਿਸ ਨੂੰ ਸਿਟੀ ਵੱਲੋਂ ਰਿਜੈਕਟ ਕਰ ਦਿੱਤਾ ਗਿਆ। ਹਾਲਾਂਕਿ ਕੁਝ ਹੋਰ ਸਿਟੀ ਕੌਂਸਲਰਸ ਦੀ ਇਸ ਵਿੱਚ ਰਜ਼ਾਮੰਦੀ ਵੇਖਣ ਨੂੰ ਮਿਲੀ। ਉਹਨਾਂ ਦਾ ਕਹਿਣਾ ਸੀ ਕਿ ਡਰਾਈਵਰਸ ਅਤੇ ਕੰਜ਼ਿਊਮਰਸ ਦੀ ਸੇਫਟੀ ਯਕੀਨੀ ਬਣਾਉਣ ਲਈ ਡਰਾਈਵਰਸ ਨੂੰ ਇਲੈਕਟ੍ਰੋਨਿਕ ਲਾਇਸੈਂਸ ਪਲੇਟ ਦਿੱਤੀਆਂ ਜਾਣ। ਹੋਰ ਕੀ ਕੁਝ ਕਿਹਾ ਗਿਆ ਸੀ ਇਹਨਾਂ ਅਮੈਂਡਮੈਂਟਸ ਵਿੱਚ, ਇਸ ਸੰਬੰਧੀ ਗੱਲਬਾਤ ਕਰਦੇ ਹਾਂ ਸਿਟੀ ਕੌਂਸਲਰ ਗੁਰਪ੍ਰੀਤ ਢਿੱਲੋਂ ਦੇ ਨਾਲ। ਬ੍ਰੈਂਪਟਨ ਦੇ ਵਿੱਚ ਹੁਣ ਆਖਿਰਕਾਰ ਉਬਰ ਨੂੰ ਲੀਗਲ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਗੱਲ ਕਰਦੇ ਹਾਂ ਟੈਕਸੀ ਐਡਵਾਈਜ਼ਰੀ ਕਮੇਟੀ ਦੇ ਚੇਅਰ ਅਤੇ ਸਿਟੀ ਕਾਉਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਦੇ ਨਾਲ। ਸਤਿ ਸ਼੍ਰੀ ਅਕਾਲ, ਪੀਟੀਸੀ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤੁਹਾਡੇ ਤੋਂ ਜਾਣਨਾ ਚਾਹਾਂਗੇ, ਹੁਣ ਫਾਈਨਲੀ ਉਬਰ ਨੂੰ ਬ੍ਰੈਂਪਟਨ ਦੇ ਵਿੱਚ ਲੀਗਲ ਕੀਤਾ ਗਿਆ ਹੈ, ਪਰ ਜਿਹੜੇ ਦੇ ਬਾਇਲਾਅਸ ਦੇ ਵਿੱਚ ਚੇਂਜਸ ਕੀਤੇ ਗਏ ਨੇ ਉਹ ਕੀ ਨੇ? ਉਹ ਐਬਸੋਲੂਟਲੀ ਪਹਿਲਾਂ ਸਭ ਤੋਂ ਪਹਿਲਾਂ 2 ਸਾਲ ਪਹਿਲਾਂ ਅਸੀਂ ਇੱਕ ਬੈਨ ਲਾਇਆ ਸੀ ਉਹਨਾਂ ਤੇ। ਮੈਂ ਹੀ ਮਤਾ ਪੇਸ਼ ਕੀਤਾ ਸੀ, ਜਿੱਥੇ ਅਸੀਂ ਕਿਹਾ ਸੀ ਕਿ ਉਬਰ ਜਦੋਂ ਤੱਕ ਸਾਡਾ ਬਾਇਲਾ ਕੰਪਲੀਟ ਨਹੀਂ ਹੁੰਦਾ, ਡਰਾਫਟ ਨਹੀਂ ਹੁੰਦਾ, ਉਦੋਂ ਤੱਕ ਉਹ ਲੀਗਲ ਹੈ। ਪਰ ਅਨਫੋਰਚੂਨੇਟਲੀ ਉਹਨਾਂ ਨੇ ਸਾਡੇ ਰੂਲਸ ਫੋਲੋ ਨਹੀਂ ਕੀਤੇ, ਉਹ ਦੇ ਕੈਪਟ ਆਪਰੇਟਿੰਗ। ਸੋ 2 ਸਾਲਾਂ ਦੇ ਵਿੱਚ ਸਿਟੀ ਆਫ ਬ੍ਰੈਂਪਟਨ ਨੇ ਵਰਕਸ਼ਾਪਸ ਕੀਤੀਆਂ, ਸੈਮੀਨਾਰਸ ਕੀਤੇ, ਇਨਫੋਰਮੇਸ਼ਨ ਲਈ, ਇਨਪੁਟ ਲਈ ਆਪਣੇ ਲੋਕਾਂ ਕੋਲੋਂ, ਰੈਜ਼ੀਡੈਂਟਸ ਕੋਲੋਂ, ਤੇ ਕੇਮ ਅਪ ਵਿਦ ਅ ਬਾਇਲਾ। ਤੋਂ ਪਿਛਲੇ 27 ਤਰੀਕ ਨੂੰ ਉਹਨਾਂ ਨੇ ਪੇਸ਼ ਕੀਤਾ ਸੀ ਆਪਣੇ ਕਾਉਂਸਲ ਵਾਸਤੇ, ਤੇ ਕਾਉਂਸਲ ਨੇ ਡਿਸੀਜਨ ਲਈ ਸੀਗੀ। ਬਟ ਔਨ ਬਿਹਾਫ ਆਫ ਦੀ ਟੈਕਸੀ ਐਡਵਾਈਜ਼ਰੀ ਕਮੇਟੀ ਮੈਂ 2 ਅਮੈਂਡਮੈਂਟਸ ਪੇਸ਼ ਕੀਤੀਆਂ ਸੀਗੀਆਂ। ਉਹਨਾਂ ਦੇ ਖਿਆਲ ਦੇ ਵਿੱਚ ਇੱਕ ਡਰਾਈਵਰ ਦੀ ਸੇਫਟੀ ਤੇ ਪਬਲਿਕ ਸੇਫਟੀ ਵਾਸਤੇ ਬੈਨੀਫੀਸ਼ੀਅਲ ਹੋਣੇ ਸੀਗੇ। ਨੰਬਰ 1 ਅਸੀਂ ਰਿਕੁਐਸਟ ਕੀਤੀ ਸੀਗੀ ਕਿ ਜਿਹੜੇ ਉਬਰ ਡਰਾਈਵਰਸ ਨੇ ਉਹ ਆਪਣੇ ਪਰਸਨਲ ਇੰਸ਼ੋਰੈਂਸ ਕੰਪਨੀ ਕੋਲੋਂ ਐਂਡੋਰਸਮੈਂਟ ਲੈਣ। ਐਂਡੋਰਸਮੈਂਟ ਕੀ ਹੈ? ਉਹ ਪਰਮਿਸ਼ਨ ਹੈ ਆਪਣੀ ਇੰਸ਼ੋਰੈਂਸ ਕੰਪਨੀ ਕੋਲੋਂ ਕਿ ਉਹ ਅਲਾਉਡ ਨੇ ਜਾਂ ਦੇ ਆਰ ਏਬਲ ਟੂ ਡਰਾਈਵ ਕਮਰਸ਼ਲੀ, ਕਿਉਂਕਿ ਜੇ ਉਹ ਉਹਨਾਂ ਨੂੰ ਦੱਸਦੇ ਨਹੀਂ ਕਿ ਉਹਨਾਂ ਦੀ ਪਰਸਨਲ ਇੰਸ਼ੋਰੈਂਸ ਵੋਇਡ ਹੋ ਸਕਦੀ ਹੈ। ਨੰਬਰ 1। ਨੰਬਰ 2 ਅਸੀਂ ਰਿਕੁਐਸਟ ਕੀਤਾ ਸੀਗਾ ਕਿ ਜਿਹੜੀ ਸਿਟੀ ਆਫ ਬ੍ਰੈਂਪਟਨ, ਜਿੱਦਾਂ ਹੁਣ ਟੋਰਾਂਟੋ ਇੱਕ ਇਲੈਕਟ੍ਰੋਨਿਕ ਲਾਇਸੈਂਸ ਨੰਬਰ ਇਸ਼ੂ ਉਹ ਕਰਦੇ ਆ, ਸਾਨੂੰ ਵੀ ਕਰਨਾ ਚਾਹੀਦਾ, ਕਿਉਂਕਿ ਜਿਹੜਾ ਵੀ ਕੋਈ ਚੁੱਕਦਾ ਆਪਣੇ ਪੈਸੇਂਜਰਸ, ਰੈਜ਼ੀਡੈਂਟਸ ਨੂੰ ਸਾਨੂੰ ਪਤਾ ਹੋਣਾ ਚਾਹੀਦਾ ਕਿ ਉਹ ਕੌਣ ਨੇ। ਸੋ ਸਾਡੇ ਆਪਣੇ ਰੈਕੋਰਡ ਪਰਪਸਿਸ ਵਾਸਤੇ ਅਨਫੋਰਚੂਨੇਟਲੀ ਇਹ ਜਿਹੜੀ ਅਮੈਂਡਮੈਂਟ ਸੀਗੀ 2 ਪਾਰਟ ਸੀਗੇ, ਇਹ ਬਲੌਕ ਕੀਤੇ ਗਏ ਸਨ ਆਪਣੇ ਕਾਉਂਸਲ ਕੋਲ, ਦੇ ਗਾਟ ਰਿਜੈਕਟਡ ਜੀ। ਔਰ ਜਿਸ ਤਰ੍ਹਾਂ ਗੁਰਪ੍ਰੀਤ ਜੀ, ਆਈ ਥਿੰਕ ਜੂਨ 20 ਨੂੰ ਇਸ ਸੰਬੰਧੀ ਤੁਸੀਂ ਆਪ ਇੱਕ ਟਾਊਨ ਹਾਲ ਮੀਟਿੰਗ ਵੀ ਆਯੋਜਿਤ ਕੀਤੀ ਸੀ, ਜਿਸ ਵਿੱਚ ਤੁਸੀਂ ਟੈਕਸੀ ਇੰਡਸਟਰੀ ਦੇ ਲੋਕਾਂ ਨੂੰ ਵੀ ਸੱਦਿਆ ਸੀ ਔਰ ਉਹਨਾਂ ਨੂੰ ਦੱਸਿਆ ਸੀ ਕਿ ਕੀ ਬਾਇਲਾਅ ਐਕਚੁਅਲੀ ਹੋਏਗਾ। ਲੇਕਿਨ ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ ਸੀ, ਉਹਨਾਂ ਦਾ ਇੱਕੋ ਹੀ ਜੋ ਹੈ ਕਹਿਣਾ ਸੀ ਕਿ ਜੇਕਰ ਉਬਰ ਨੂੰ ਇੱਥੇ ਲੀਗਲ ਕੀਤਾ ਜਾਂਦਾ ਹੈ ਤੇ ਜਿਹੜੇ ਵੀ ਰੈਗੂਲੇਸ਼ਨਸ ਟੈਕਸੀ ਇੰਡਸਟਰੀ ਤੇ ਲੱਗਦੇ ਨੇ, ਜਿੰਨਾ ਵੀ ਉਹਨਾਂ ਨੂੰ ਖਰਚਾ ਆਉਂਦਾ ਹੈ, ਉਹ ਸਾਰਾ ਉਬਰ ਦੇ ਉੱਤੇ ਲਾਗੂ ਕੀਤਾ ਜਾਏ। ਉਹ ਐਬਸੋਲੂਟਲੀ ਆਈ ਥਿੰਕ ਹੁਣ ਜਿੱਦਾਂ ਹੁਣ ਨਵੇਂ ਰੂਲਸ ਨੇ, ਉਹ ਉਹਨਾਂ ਨੂੰ ਹੁਣ $20,000 ਪੇ ਕਰਨਾ ਪੈਣਾ ਹਰ ਸਾਲ ਲਾਇਸੈਂਸਿੰਗ ਫੀ ਵਾਸਤੇ। 30 ਸੈਂਟ ਪਰ ਰਾਈਡ ਸਿਟੀ ਨੂੰ ਮਿਲੂਗਾ। ਉਹਨਾਂ ਦੇ ਜਿਹੜੇ ਸੇਫਟੀਜ਼ ਤੇ ਜਿਹੜੇ ਸੇਫਟੀ ਸਟੈਂਡਰਡਸ ਨੇ ਡਰਾਈਵਰ ਵਾਸਤੇ ਤੇ ਵਹੀਕਲ ਵਾਸਤੇ, ਉਹ ਵੀ
ਹੋਣਗੇ ਦੇ ਹੈਵ ਟੂ ਫੋਲੋ ਦੋਜ਼ ਐਜ਼ ਵੈਲ। ਤੇ ਆਈ ਥਿੰਕ ਇਹ ਕਹਿ ਸਕਦਾ ਕਿ ਅਨਫੋਰਚੂਨੇਟ ਕਿ ਇਹ ਇੱਕ ਕੰਪਨੀ ਇਲੀਗਲੀ ਇੱਥੇ ਆਣ ਕੇ ਉਹਨਾਂ ਨੇ ਆਪਰੇਟ ਕੀਤਾ। ਜਿਹੜੇ ਆਪਣੇ ਟੈਕਸੀ ਵੀਰ ਨੇ ਉਹਨਾਂ ਨੂੰ ਡੈਕੇਡਸ ਹੋ ਗਏ, ਕਈ 30-40 ਸਾਲ ਹੋ ਗਏ ਉਹਨਾਂ ਨੂੰ ਇੱਥੇ ਕੰਮ ਕਰਦਿਆਂ ਨੂੰ। ਹਰ ਇੱਕ ਫੀ ਪੇ ਕੀਤਾ ਉਹਨਾਂ ਨੇ ਔਨ ਟਾਈਮ, ਹਰ ਇੱਕ ਰਿਕੁਐਸਟ ਪੂਰੀ ਕੀਤੀ ਸਿਟੀ ਦੀ। ਤੇ ਮੇਰੇ ਖਿਆਲਾਂ ਦੇ ਵਿੱਚ ਇਟਸ ਅਨਫੇਅਰ ਕਿ ਉਹ ਆਏ ਨੇ। ਬੜੀ ਕੋਸ਼ਿਸ਼ ਆਪਾਂ ਕੀਤੀ ਸੀਗੀ ਉਹਨਾਂ ਨੂੰ ਸਟਾਪ ਕਰਨ ਵਾਸਤੇ, ਪਰ ਅਨਫੋਰਚੂਨੇਟਲੀ ਇਨ ਦੀ ਐਂਡ ਪੂਰੀ ਕਾਉਂਸਲ ਨੇ ਇੱਕ ਡਿਸੀਜਨ ਲਈ ਸੀ। ਮੈਂ ਦੋ ਹੋਰ ਕਾਉਂਸਲਰ ਮਾਰਟਨ ਮੈਡੇਰੋਸ ਤੇ ਪੈਟ ਫੋਰਟੀਨੀ ਬਾਈ ਲਾਅ ਦੇ ਅਗੇਂਸਟ ਵੀ ਵੋਟ ਪਾਈ ਸੀ, ਪਰ ਜਿਹੜੇ ਅਮੈਂਡਮੈਂਟਸ ਤੇ ਉਹਨਾਂ ਦੇ ਹੱਕ ਦੇ ਵਿੱਚ ਆਪਾਂ ਵੋਟ ਪਾਈ ਸੀਗੀ। ਸੋ ਆਪਾਂ ਖੜੇ ਸੀ ਆਪਾਂ, ਹੁਣ ਵੀ ਆਪਾਂ ਖੜੇ ਆਪਣੇ ਟੈਕਸੀ ਵੀਰਾਂ ਦੇ ਨਾਲ। ਹਰ ਸਾਲ ਦੀ ਤਰ੍ਹਾਂ ਟੋਰਾਂਟੋ ਵਿੱਚ ਸਪਟੈਂਬਰ ਦੇ ਮਹੀਨੇ ਵਿੱਚ ਹੋਣ ਜਾ ਰਿਹਾ ਹੈ ਪੰਜਾਬੀ ਵਿਰਸਾ 2018, ਜਿਸ ਵਿੱਚ ਇੱਕ ਵਾਰੀ ਫਿਰ ਤੋਂ ਵਾਰਿਸ ਭਰਾਵਾਂ ਵੱਲੋਂ ਰੌਣਕਾਂ ਲਾਈਆਂ ਜਾਣਗੀਆਂ। ਕੀ ਕੁਝ ਰਹੇਗਾ ਇਸ ਵਾਰ ਪੰਜਾਬੀ ਵਿਰਸਾ ਵਿੱਚ ਖਾਸ, ਐਸੇ ਸੰਬੰਧੀ ਗੱਲਬਾਤ ਕਰਨ ਲਈ ਬੀਤੇ ਦਿਨੀ ਵਾਰਿਸ ਬ੍ਰਦਰਜ਼ ਪਹੁੰਚੇ ਟੋਰਾਂਟੋ। ਬਰੈਂਪਟਨ ਦੇ ਵਿੱਚ ਕੈਨੇਡੀਅਨ ਕਨਵੈਨਸ਼ਨ ਸੈਂਟਰ ਵਿਖੇ ਪੰਜਾਬ ਦੇ ਮਸ਼ਹੂਰ ਵਾਰਿਸ ਬ੍ਰਦਰਜ਼ ਦੇ ਨਾਲ ਮੀਟ ਐਂਡ ਗ੍ਰੀਟ ਇਵੈਂਟ ਰੱਖਿਆ ਗਿਆ। ਇਸ ਮੌਕੇ ਮਨਮੋਹਨ ਵਾਰਿਸ ਅਤੇ ਕਮਲ ਹੀਰ ਨੇ ਪ੍ਰੈਸ ਕਾਨਫਰੰਸ ਦੌਰਾਨ ਲੋਕਾਂ ਨੂੰ ਸੰਬੋਧਨ ਕੀਤਾ। ਅੱਜ ਹੀ ਮੰਗਲ ਹਠੂਰ ਹੋਰਾਂ ਦਾ ਗੀਤ ਸਾਡਾ ਨਵਾਂ ਗਾਇਆ ਹੋਇਆ ਆਇਆ। ਨੌਜਵਾਨੋ ਕੁੜੀਓ ਮੁੰਡਿਓ ਬੈਠ ਵਿਚਾਰੋ, ਸੂਈਆਂ ਦੱਬੋ ਡੂੰਘੀਆਂ ਸਰਿੰਜਾਂ ਸਾੜੋ, ਫੁੱਲਾਂ ਜਾਇਓ ਫੁੱਲਾਂ ਵਾਂਗੂ ਮਹਿਕਾਂ ਵੰਡੋ, ਪੰਜਾਬ ਮੇਰੇ ਦੇ ਵਾਰਸੋ ਪੰਜਾਬ ਨਾ ਭੰਡੋ, ਮੰਗਲ ਆਖੇ ਸੰਭੋ ਬੁਰੇ ਨਿਕਲਣ ਸੱਟੇ, ਬੁਰੇ ਨਿਕਲਣ ਸਿੱਟੇ ਵੇ ਲੋਕੋ ਪੰਜਾਬ ਮੇਰੇ ਨੂੰ ਖਾ ਲਿਆ ਚਿੱਟੇ। ਇਸ ਇਵੈਂਟ ਦੇ ਵਿੱਚ ਪੰਜਾਬੀ ਵਿਰਸਾ 2018 ਲਾਂਚ ਕੀਤਾ ਗਿਆ, ਜਿਸ ਵਿੱਚ ਅਗਸਤ ਤੋਂ ਲੈ ਕੇ ਸਪਟੈਂਬਰ ਤੱਕ ਕੈਨੇਡਾ ਦੇ ਵਿੱਚ ਹੋਣ ਜਾ ਰਹੇ ਸ਼ੋਅਜ਼ ਦੀ ਜਾਣਕਾਰੀ ਦਿੱਤੀ ਗਈ। ਕੈਨੇਡਾ ਦੇ ਵਿੱਚ ਪੰਜਾਬੀ ਵਿਰਸਾ ਸਾਡਾ ਅਗਸਤ 18 ਨੂੰ, ਅਗਸਤ 18 ਨੂੰ ਸ਼ੁਰੂ ਹੋ ਰਿਹਾ ਐਡਮਿੰਟਨ ਤੋਂ, ਤੇ 19 ਨੂੰ ਕੈਲਗਰੀ ਦੇ ਵਿੱਚ ਸ਼ੋਅ ਆ, ਤੇ 25 ਤਰੀਕ ਨੂੰ ਵੈਨਕੂਵਰ ਦੇ ਵਿੱਚ, 26 ਨੂੰ ਸਾਡਾ ਕੈਮਲੂਪਸ, ਉਹ ਤੋਂ ਬਾਅਦ 1 ਨੂੰ ਵਿਕਟੋਰੀਆ, ਤੇ 2 ਤਰੀਕ ਨੂੰ ਸੈਸਕਾਟੂਨ, 9 ਤਰੀਕ ਨੂੰ ਵਿਨੀਪੈਗ ਦੇ ਵਿੱਚ, ਤੇ 15 ਸਤੰਬਰ ਨੂੰ ਟੋਰਾਂਟੋ ਦੇ ਵਿੱਚ, ਤੇ 16 ਨੂੰ ਮੌਂਟਰੀਅਲ ਦੇ ਵਿੱਚ। ਇੰਨੇ ਸ਼ੋਅ ਅਸੀਂ ਪੰਜਾਬੀ ਵਿਰਸਾ ਦੇ ਕਰਨ ਜਾ ਰਹੇ ਹਾਂ। ਅੱਜ ਜਿਹੜੀ ਇੱਥੇ ਇਕੱਤਰਤਾ ਹੋਈ ਹੈ, ਜਿੱਥੇ ਮੈਨੂੰ ਮੇਰੇ ਪਿਆਰਿਆਂ ਨੇ ਇਸ ਗੱਲ ਦੀਆਂ ਵਧਾਈਆਂ ਦਿੱਤੀਆਂ, ਮੈਂ ਬਹੁਤ ਵੱਡਾ ਮਾਣ ਮਹਿਸੂਸ ਕਰ ਰਿਹਾ ਕਿ ਮੇਰੀ ਗਾਇਕੀ ਦੇ 25 ਸਾਲ ਪੂਰੇ ਹੋਏ ਆ। ਉੱਥੇ ਜਿਹੜਾ ਟੋਰਾਂਟੋ ਦਾ ਸ਼ੋਅ 15 ਸਤੰਬਰ ਨੂੰ ਹੋ ਰਿਹਾ ਪੋਵਰੇਟ ਸੈਂਟਰ ਦੇ ਵਿੱਚ, ਉਹਦੇ ਸਾਰੇ ਪ੍ਰਮੋਟਰਸ, ਉਹਦੇ ਸਾਰੇ ਸਪਾਂਸਰਸ, ਉਹਦੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਅੱਜ ਸਾਰੀਆਂ ਇੱਥੇ ਪਹੁੰਚੀਆਂ। ਮੈਂ ਸਾਰਿਆਂ ਦਾ ਦਿਲੋਂ ਧੰਨਵਾਦ, ਬਹੁਤ ਬਹੁਤ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਕਿ ਉਹ ਇਸ ਸਾਡੀ ਇਵੈਂਟ ਦੇ ਨਾਲ ਰਲ ਕੇ ਇਹਨੂੰ ਹੋਰ ਵੱਡੀ ਕਰ ਰਹੇ ਆ। ਅੱਜ ਦੀ ਸ਼ਾਮ ਟੋਰਾਂਟੋ 'ਚ ਇੱਕ ਬਹੁਤ ਖੂਬਸੂਰਤ ਸ਼ਾਮ ਰਹੀ ਆ, ਸਾਡੇ ਲਈ ਬੜੀ ਪਿਆਰੀ ਸ਼ਾਮ ਹੈ ਕਿ ਅੱਜ ਮਨਮੋਹਨ ਵਾਰਿਸ ਹੋਰਾਂ ਦੀ ਗਾਇਕੀ ਦੇ 25 ਵਰ੍ਹੇ ਪੂਰੇ ਹੋਣ 'ਤੇ ਖਾਸ ਸ਼ਾਮ ਮਨਾਈ ਗਈ ਆ। ਇਹ ਸ਼ਾਮ 'ਚੋਂ ਸਾਨੂੰ ਬੜੀ ਊਰਜਾ ਮਿਲੀ ਆ, ਬੜੀ ਸਾਨੂੰ ਹੌਸਲਾ ਮਿਲਿਆ ਕਿ ਇਸੇ ਤਰ੍ਹਾਂ ਜਿਹੜੀ ਚੰਗੀ ਗਾਇਕੀ ਦਾ ਪ੍ਰਵਾਹ ਆ ਉਹ ਅਗਾਂਹ ਲੈ ਕੇ ਜਾਈਏ, ਕਿ ਅੱਜ ਵੀ ਚੰਗੀ ਗਾਇਕੀ ਨੂੰ ਪਸੰਦ ਕਰਨ ਵਾਲੇ ਲੋਕ ਇੱਥੇ ਹੈਗੇ ਨੇ, ਔਰ ਸਾਨੂੰ ਚੰਗੀ ਭਾਸ਼ਾ, ਚੰਗਾ ਸੰਗੀਤ, ਚੰਗੀ ਪੇਸ਼ਕਾਰੀ ਨੂੰ ਅਗਾਂਹ ਤੋਰਨ ਦਾ ਇੱਕ ਬਲ ਮਿਲਿਆ, ਔਰ ਅਸੀਂ ਸਾਰੇ ਟੋਰਾਂਟੋ ਵਾਸੀਆਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਜਿੱਥੇ ਅਸੀਂ ਪਹੁੰਚੇ ਹਾਂ, ਪੰਜਾਬੀਆਂ ਨੇ ਸਾਨੂੰ ਅਥਾਹ ਪਿਆਰ ਦਿੱਤਾ। ਇਸੇ ਤਰ੍ਹਾਂ ਅੱਜ ਟੋਰਾਂਟੋ ਦੇ ਵਿੱਚ ਅਸੀਂ ਆਏ ਹਾਂ ਤੇ ਸਾਡੇ ਸਾਰੇ ਪਿਆਰੇ, ਅਸੀਂ ਉਹਨਾਂ ਦੇ ਸਾਰਿਆਂ ਦੇ ਦਰਸ਼ਨ ਕਰ ਰਹੇ ਹਾਂ। ਔਰ ਇਸੇ ਤਰ੍ਹਾਂ ਅਸੀਂ ਇੱਥੇ ਟੋਰਾਂਟੋ ਦੇ ਵਿੱਚ ਜਦੋਂ ਸ਼ੋਅ ਕਰਾਂਗੇ ਤੇ ਉਦੋਂ ਅਸੀਂ ਤੁਹਾਨੂੰ ਨਵੇਂ ਗੀਤ ਸੁਣਾਵਾਂਗੇ, ਪੁਰਾਣੇ ਗੀਤ ਸੁਣਾਵਾਂਗੇ। ਇਹ ਜਿਹੜਾ ਸਾਡਾ ਪੰਜਾਬੀ ਵਿਰਸੇ ਦਾ ਇਸ ਸਾਲ ਦਾ ਟੂਰ ਆ, ਇਹ ਵੱਡੇ ਵੀਰ ਜੀ ਦੀ 25 ਸਾਲਾਂ ਦੀ ਮਾਣਮੱਤੀ ਗਾਇਕੀ ਨੂੰ ਸਮਰਪਿਤ ਆ। ਜ਼ਿਕਰ ਹੋ ਗਿਆ ਕਿ ਇਹ ਸੈਲੀਬ੍ਰੇਸ਼ਨ ਮਨਮੋਹਨ ਵਾਰਿਸ ਦੀ ਗਾਇਕੀ ਦੇ ਮਾਣਮੱਤੇ 25 ਸਾਲ ਪੂਰੇ ਹੋਣ ਤੇ ਰੱਖੀ ਗਈ। ਸੋ ਇਸ ਦੇ ਨਾਲ ਹੀ ਹੋ ਗਿਆ ਸਮਾਂ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਇਸ ਵਾਅਦੇ ਦੇ ਨਾਲ ਕਿ ਨੈਕਸਟ ਵੀਕ ਵੀ NRI ਵਰਡ ਦੀ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਜੇ ਤੁਸੀਂ ਵੀ NRI ਵਰਡ ਵਿੱਚ ਕੁਝ ਖਾਸ ਵੇਖਣਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਲਿਖੋ। ਸਾਡਾ ਈਮੇਲ ID ਹੈ feedback@ptcnetwork.tv। ਫਿਰ ਤੋਂ ਹੋਵੇਗੀ ਮੁਲਾਕਾਤ ਅਗਲੇ ਹਫਤੇ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।